नमस्कार साथियों, रीट ਦੇ ਲੈਵਲ 1 ਅਤੇ ਲੈਵਲ 2 ਦੇ ਅੰਦਰ ਆਪਣਾ ਟੌਪਿਕ ਚੱਲ ਰਿਹਾ ਸੀ ਪੰਜਾਬੀ ਭਾਸ਼ਾ ਦਾ ਵਿਕਾਸ ਅਤੇ ਸਿੱਖਿਆ ਸ਼ਾਸਤਰ ਦੇ ਅੰਦਰੋਂ ਭਾਸ਼ਾ ਅਧਿਆਪਨ ਦੇ ਸਿਧਾਂਤ ਦੇ ਬਾਰੇ। ਪਿਛਲੀ ਕਲਾਸ ਦੇ ਅੰਦਰ ਆਪਾਂ ਭਾਸ਼ਾ ਅਧਿਆਪਨ ਦੇ ਦੋ ਸਿਧਾਂਤਾਂ ਦੇ ਬਾਰੇ ਪੜ੍ਹਿਆ ਸੀ, ਪਰ ਅੱਜ ਉਸ ਤੋਂ ਅੱਗੇ ਦੇ ਜਿਹੜੇ ਪੁਆਇੰਟ ਨੇ ਉਹ ਆਪਾਂ ਦੇਖਣੇ ਨੇ। ਤਾਂ ਆਓ ਸਾਥੀਓ ਗੱਲ ਕਰਦੇ ਹਾਂ ਭਾਸ਼ਾ ਅਧਿਆਪਨ ਦੇ ਸਿਧਾਂਤਾਂ ਦੇ ਪੁਆਇੰਟਾਂ ਦੇ ਬਾਰੇ ਕਿ ਉਹ ਕਿਹੜੀਆਂ-ਕਿਹੜੀਆਂ ਗੱਲਾਂ ਨੇ ਜਿਹੜੀਆਂ ਭਾਸ਼ਾ ਅਧਿਆਪਨ ਦੇ ਸਿਧਾਂਤ ਲਈ ਜ਼ਰੂਰੀ ਹੁੰਦੀਆਂ ਨੇ। ਸਭ ਤੋਂ ਪਹਿਲੇ ਆਪਾਂ ਦੇਖਾਂਗੇ ਕਿ ਭਾਸ਼ਾ ਸਿੱਖਿਆ ਦਾ ਸੁਭਾਵਿਕਤਾ ਦਾ ਸਿਧਾਂਤ ਇਸ ਪ੍ਰਕਾਰ ਸਮਝਿਆ ਜਾ ਸਕਦਾ। ਇਸ ਦੇ ਅੰਦਰੋਂ ਪ੍ਰਸ਼ਨ ਲਗਭਗ ਮੰਨਿਆ ਜਾਂਦਾ ਕਿ ਇੱਕ ਜ਼ਰੂਰ ਪੁੱਛ ਲਿਆ ਜਾਂਦਾ ਸੁਭਾਵਿਕਤਾ ਦੇ ਸਿਧਾਂਤ ਤੋਂ ਸੰਬੰਧਿਤ। ਤਾਂ ਇਸ ਗੱਲ ਨੂੰ ਸਮਝਣਾ ਬੜਾ ਜ਼ਰੂਰੀ ਹੋ ਜਾਂਦਾ ਹੈ ਕਿ ਅਸਲ ਦੇ ਅੰਦਰ ਭਾਸ਼ਾ ਸਿੱਖਿਆ ਦਾ ਸੁਭਾਵਿਕਤਾ ਦਾ ਸਿਧਾਂਤ ਹੈ ਕਿ ਉਹਦਾ ਕਰਮ ਕੀ ਹੈ। ਤਾਂ ਸਭ ਤੋਂ ਪਹਿਲਾਂ ਗੱਲ ਆ ਜਾਂਦੀ ਹੈ ਕਿ ਬੱਚਾ ਪਹਿਲਾਂ ਬੋਲਣਾ, ਸਮਝਣਾ ਅਤੇ ਬਾਅਦ ਵਿੱਚ ਪੜ੍ਹਨਾ ਅਤੇ ਲਿਖਣਾ ਸਿੱਖਦਾ ਹੈ। ਇਹ ਗੱਲ ਕਰਮ ਨੋਟ ਕਰ ਲੈਣਾ। ਕਰਮ ਪੁੱਛਦਾ ਜ਼ਿਆਦਾਤਰ, ਕਈ ਵਾਰ ਪੁੱਛਿਆ ਹੈ ਕਿ ਸਭ ਤੋਂ ਪਹਿਲਾਂ ਬੱਚਾ ਬੋਲਣਾ, ਸਮਝਣਾ ਅਤੇ ਬਾਅਦ ਦੇ ਅੰਦਰ ਪੜ੍ਹਨਾ ਅਤੇ ਲਿਖਣਾ ਸਿੱਖਦਾ ਹੈ। ਫਿਰ ਦੂਜੀ ਜਿਹੜੀ ਗੱਲ ਆ ਜਾਂਦੀ ਹੈ ਉਸ ਦੇ ਅੰਦਰ ਬੱਚਾ ਪਹਿਲਾਂ ਆਵਾਜ਼ਾਂ ਸੁਣਦਾ ਹੈ, ਬਾਅਦ ਵਿੱਚ ਉਹਨਾਂ ਆਵਾਜ਼ਾਂ ਨੂੰ ਨਕਲ ਦੁਆਰਾ ਬੋਲਣ ਲੱਗਦਾ ਹੈ। ਇਸ ਕਰਕੇ ਬੱਚੇ ਦੇ ਉਚਾਰਨ ਵੱਲ ਧਿਆਨ ਦਿੱਤਾ ਜਾਏ। ਯਾਨੀ ਫਿਰ ਉਸ ਤੋਂ ਬਾਅਦ 'ਚ ਅਸੀਂ ਕੀ ਗੱਲ ਦਾ ਧਿਆਨ ਦਿੰਦੇ ਹਾਂ ਕਿ ਬੱਚਾ ਪਹਿਲਾਂ ਆਵਾਜ਼ਾਂ ਸੁਣੇਗਾ, ਫਿਰ ਉਸ ਨੂੰ ਨਕਲ ਵਿਧੀ ਦੇ ਦੁਆਰਾ, ਜਿਸ ਨੂੰ ਆਪਾਂ ਅਨੁਕਰਨ ਕਹਿ ਦਿੰਦੇ ਹਾਂ, ਨਕਲ ਵਿਧੀ ਦੇ ਦੁਆਰਾ ਫਿਰ ਉਹ ਉਸ ਦੀ ਨਕਲ ਕਰਦਾ, ਯਾਨੀ ਖੁਦ ਉਹ ਬੋਲਣ ਦੀ ਕੋਸ਼ਿਸ਼ ਕਰਦਾ ਹੈ। ਅਤੇ ਇਸ ਵੇਲੇ ਬੱਚੇ ਦੇ ਉਚਾਰਨ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਜੋ ਆਵਾਜ਼ਾਂ ਉਸਨੇ ਸੁਣੀਆਂ ਸੇਮ ਉਸੇ ਤਰੀਕੇ ਨਾਲ ਹੀ ਉਹ ਬੋਲਣ ਦੀ ਕੋਸ਼ਿਸ਼ ਕਰ ਰਿਹਾ ਹੈ ਜਾਂ ਨਹੀਂ, ਜਾਂ ਫਿਰ ਉਹਦੇ ਜਿਹੜੇ ਬੋਲ ਨੇ ਉਹਨਾਂ ਦੇ ਅੰਦਰ ਕੁਝ ਤਰੁੱਟੀਆਂ ਨੇ। ਤੀਜੀ ਜਿਹੜੀ ਗੱਲ ਆ ਜਾਂਦੀ ਹੈ, ਬੱਚੇ ਨੂੰ ਸ਼ਬਦ ਤੋਂ ਪਹਿਲਾਂ ਵਾਕ ਸਿਖਾਉਣੇ ਚਾਹੀਦੇ ਨੇ। ਬੱਚੇ ਨੂੰ ਸ਼ਬਦ ਤੋਂ ਪਹਿਲਾਂ ਵਾਕ ਸਿਖਾਉਣੇ ਚਾਹੀਦੇ ਨੇ। ਇਸ ਤੋਂ ਸੰਬੰਧਿਤ ਵੀ ਪ੍ਰਸ਼ਨ ਇੱਕ ਵਾਰ ਪੁੱਛਿਆ ਗਿਆ ਸੀ। ਤਾਂ ਬੱਚੇ ਨੂੰ ਸਭ ਤੋਂ ਪਹਿਲਾਂ ਆਪਾਂ ਕੀ ਕਰਦੇ ਹਾਂ, ਸ਼ਬਦ ਤੋਂ ਪਹਿਲਾਂ ਕਿਸ ਦੀ ਕੋਸ਼ਿਸ਼ ਕਰਾਉਣੀ ਚਾਹੀਦੀ ਹੈ, ਵਾਕ ਦੀ। ਹੁਣ ਇਹਦਾ ਜਿਹੜਾ ਕਰਮ ਆਪਣੇ ਕੋਲੇ ਆ ਜਾਂਦਾ ਹੈ, ਸੁਣਨਾ, ਬੋਲਣਾ ਅਤੇ ਸਮਝਣਾ, ਪੜ੍ਹਨਾ ਅਤੇ ਲਾਸਟ ਦੇ ਅੰਦਰ ਆ ਜਾਂਦਾ ਹੈ ਲਿਖਣਾ। ਤਾਂ ਇਹ ਚਾਰ ਗੱਲਾਂ ਦੇ ਆਧਾਰਿਤ ਆਪਣੇ ਇਹ ਸਿਧਾਂਤ ਨੇ ਜਿਹੜੇ ਉਹ ਚੱਲਦੇ ਨੇ। ਹੁਣ ਇਸ ਤੋਂ ਬਾਅਦ 'ਚ ਜਿਹੜੀ ਸਿਧਾਂਤ ਆ ਜਾਂਦਾ ਉਹ ਆ ਜਾਂਦਾ ਸਾਥੀਓ ਬੋਲ ਚਾਲ ਦਾ ਸਿਧਾਂਤ। ਹੁਣ ਆਪਾਂ ਇਸ ਦੇ ਬਾਰੇ ਦੇਖਾਂਗੇ ਕਿ ਬੋਲ ਚਾਲ ਦਾ ਸਿਧਾਂਤ ਅਸਲ ਦੇ ਅੰਦਰ ਹੈ ਕੀ। ਬੋਲ ਚਾਲ ਦਾ ਸਿਧਾਂਤ ਬੱਚੇ ਨੂੰ ਬੋਲਾਂ ਰਾਹੀਂ ਸਿਖਾਉਂਦਾ ਹੈ। ਬੋਲਾਂ ਯਾਨੀ ਬੋਲਣਾ, ਜਿਸ ਨੂੰ ਅਸੀਂ ਗੱਲਬਾਤ ਕਹਿ ਦਿੰਦੇ ਹਾਂ। ਬੱਚਾ ਇੰਨਾ ਵਧੀਆ ਅਧਿਆਪਨ ਨਾਲ ਨਹੀਂ ਸਿੱਖ ਸਕਦਾ ਜਿੰਨਾ ਬੋਲਾਂ ਨਾਲ ਸਿੱਖ ਸਕਦਾ ਹੈ। ਯਾਨੀ ਆਪਾਂ ਉਸ ਨੂੰ ਇਕੱਲੇ ਲੈਕਚਰ ਦੇ ਕੇ ਨਹੀਂ ਸਿਖਾ ਸਕਦੇ। ਜਦੋਂ ਉਹ ਬੱਚਾ ਖੁਦ ਬੋਲੇਗਾ, ਗੱਲਬਾਤ ਕਰੇਗਾ ਤਾਂ ਉਹ ਜ਼ਿਆਦਾ ਪ੍ਰੈਕਟੀਕਲੀ ਉਸ ਨੂੰ ਮਹਿਸੂਸ ਕਰਕੇ ਸਿੱਖ ਜਾਏਗਾ। ਪ੍ਰੋਫੈਸਰ ਸਮਿਥ ਅਨੁਸਾਰ ਉਹਨਾਂ ਦਾ ਕਹਿਣਾ ਹੈ, ਯਾਨੀ ਸਮਿਥ ਦਾ ਕਹਿਣਾ ਹੈ ਕਿ ਬੋਲਚਾਲ ਦਾ ਵਾਧਾ ਸਿੱਖਿਆ ਵਿੱਚ ਵਾਧਾ ਕਰਦਾ ਹੈ। ਯਾਨੀ ਜਿੰਨੇ ਜ਼ਿਆਦਾ ਬੱਚੇ ਬੋਲਣਗੇ, ਗੱਲਬਾਤ ਕਰਨਗੇ, ਖੁੱਲ੍ਹ ਕੇ ਆਪਸ ਦੇ ਅੰਦਰ ਵਿਚਾਰ ਵਟਾਂਦਰਾ ਕਰਨਗੇ, ਓਨਾ ਹੀ ਸਿੱਖਿਆ ਦੇ ਅੰਦਰ ਵਾਧਾ ਹੋਏਗਾ। ਇੱਕ ਵਿਚਾਰ ਅਨੁਸਾਰ ਜੇ ਬੱਚੇ ਨੂੰ ਬੋਲਚਾਲ ਵਾਲਾ ਮਾਹੌਲ ਦਿੱਤਾ ਜਾਵੇ ਤਾਂ 1 ਸਾਲ ਦਾ ਬੱਚਾ 3 ਸ਼ਬਦ, 2 ਸਾਲ ਦਾ ਬੱਚਾ 272 ਸ਼ਬਦ ਅਤੇ 5 ਸਾਲ ਦਾ ਬੱਚਾ 2072 ਸ਼ਬਦ ਬੋਲਣੇ ਸਿੱਖ ਜਾਂਦਾ ਹੈ। ਇਹ ਇੱਕ ਆંકੜਾ ਹੈ। ਇਸ ਆંકੜੇ ਤੋਂ ਸੰਬੰਧਿਤ ਵੀ ਪ੍ਰਸ਼ਨ ਪੁੱਛ ਸਕਦੇ ਨੇ ਅਤੇ ਜਿਹੜਾ ਸੀਟੈਟ ਹੈ ਉਸ ਦੇ ਅੰਦਰ 1-2 ਵਾਰ ਸ਼ਾਇਦ ਪੁੱਛੇ ਵੀ ਗਏ ਨੇ। ਮੇਰੇ ਯਾਦ ਆ ਰਿਹਾ ਹੈ ਜਿੰਨਾ ਕੁ। ਇਹ ਆંકੜੇ ਜ਼ਰੂਰੀ ਯਾਦ ਕਰ ਲੈਣਾ। ਇਸ ਦੇ ਅੰਦਰ ਕੀ ਹੈ, ਵਿਦਵਾਨਾਂ ਅਨੁਸਾਰ ਇਹ ਆંકੜੇ ਥੋੜ੍ਹੇ ਬਹੁਤ ਵੱਧ ਘੱਟ ਵੀ ਹੋ ਜਾਂਦੇ ਨੇ। ਫਿਰ ਇਸ ਤੋਂ ਬਾਅਦ 'ਚ ਜਿਹੜਾ ਅਗਲਾ ਪੁਆਇੰਟ ਆਪਣਾ ਆ ਜਾਂਦਾ ਸਾਥੀਓ, ਉਹ ਆ ਜਾਂਦਾ ਹੈ ਯਤਨ ਦਾ ਸਿਧਾਂਤ। ਹੁਣ ਜਿਹੜਾ ਯਤਨ ਦਾ ਸਿਧਾਂਤ ਹੈ, ਭਾਸ਼ਾ ਜਟਿਲ ਪਰ ਸੂਖਮ ਵਿਸ਼ਾ ਹੋਣ ਕਰਕੇ ਯਤਨ ਵਧੇਰੇ ਕਾਰਗਰ ਹੋ ਸਕਦਾ ਹੈ। ਯਤਨ ਤਾਂ ਸਮਝਦੇ ਹੋਵੋਗੇ ਆਪ ਸਭ, ਯਾਨੀ ਕੋਸ਼ਿਸ਼। ਇਸ ਨੂੰ ਤੁਸੀਂ ਯਤਨ ਨੂੰ ਕੋਸ਼ਿਸ਼ ਕਹਿ ਲਓ। ਇਸ ਨੂੰ ਯਤਨ ਜਾਂ ਫਿਰ ਕੋਸ਼ਿਸ਼ ਨਾਲ ਸਿੱਖਿਆ ਜਾ ਸਕਦਾ। ਯਾਨੀ ਚਾਹੇ ਇਹਨੂੰ ਯਤਨ ਕਰੋ ਜਾਂ ਫਿਰ ਇਹ ਕਰੋ ਕਿ ਟਰਾਈ ਕਰੋ, ਕੋਸ਼ਿਸ਼ ਕਰੋ, ਪ੍ਰੈਕਟਿਸ ਕਰੋ, ਉਸ ਦੇ ਨਾਲ ਤੁਸੀਂ ਇਸ ਨੂੰ ਸਿੱਖ ਸਕਦੇ ਹੋ। ਇਹ ਗੱਲਾਂ ਨੇ ਜਿਹੜੀਆਂ ਆਪਦੇ ਸਾਈਕੋ ਦੇ ਅੰਦਰ ਵੀ ਬਹੁਤ ਸਾਰੀਆਂ ਮਿਲ ਜਾਣਗੀਆਂ। ਜ਼ਰੂਰਤ ਹੈ ਆਪ ਨੂੰ ਸਮਝਣ ਦੀ। ਰੱਟਾ ਨਾ ਲਗਾ ਕੇ ਸਮਝਿਆ ਜਾਏ। ਸਾਈਕੋ ਦੇ ਅੰਦਰ ਵੀ ਇਹ ਗੱਲਾਂ ਮਿਲਦੀਆਂ ਨੇ
ਤੇ ਆਪ ਨੂੰ ਪੰਜਾਬੀ ਭਾਸ਼ਾ ਦਾ ਵਿਕਾਸ ਤੇ ਸਿੱਖਿਆ ਸ਼ਾਸਤਰ ਦੇ ਅੰਦਰ ਵੀ ਇਹ ਗੱਲਾਂ ਮਿਲਦੀਆਂ ਨੇ। ਤੇ ਅੱਜ ਆਪਾਂ ਜੋ ਪੜ੍ਹ ਰਹੇ ਹਾਂ ਉਸ ਦੇ ਅੰਦਰ ਇਹ ਹੈ ਭਾਸ਼ਾ ਅਧਿਆਪਨ ਦੇ ਸਿਧਾਂਤ ਦੀਆਂ ਗੱਲਾਂ ਨੇ। ਯਤਨ ਬੱਚੇ ਨੂੰ ਬੋਲਣਾ, ਲਿਖਣਾ, ਪੜ੍ਹਨਾ ਇਹ ਸਾਰੀਆਂ ਗੱਲਾਂ ਸਿਖਾਉਂਦਾ ਹੈ। ਯਾਨੀ ਇਹਨਾਂ ਗੱਲਾਂ ਲਈ ਜਿਹੜਾ ਯਤਨ ਹੈ ਉਹ ਉਪਯੋਗੀ ਹੁੰਦਾ ਹੈ, ਕਾਰਗਰ ਹੈ। ਵਿਆਕਰਨਿਕ ਅਧਿਐਨ, ਸੁੰਦਰ ਲਿਖਾਈ, ਭਾਸ਼ਾ ਦੇ ਸਾਹਿਤਕ ਰੂਪਾਂ ਬਾਰੇ ਜਾਣਕਾਰੀ, ਅਲੰਕਾਰਿਕ ਅਤੇ ਭਾਸ਼ਾ ਦੇ ਕਲਾਤਮਕ ਰੂਪਾਂ ਬਾਰੇ ਜਾਣਕਾਰੀ ਦੇਣ ਲਈ ਯਤਨ ਦਾ ਸਿਧਾਂਤ ਅਪਣਾਉਣਾ ਚਾਹੀਦਾ ਹੈ। ਯਾਨੀ ਕੀ ਕਰਨਾ ਚਾਹੀਦਾ ਹੈ, ਬੱਚੇ ਦੇ ਅੰਦਰ ਇਸ ਪ੍ਰਕਾਰ ਦੇ ਗੁਣ ਆ ਜਾਣ, ਉਹ ਇਹਨਾਂ ਗੱਲਾਂ ਦਾ ਅਨੁਸਰਨ ਕਰੇ ਕਿ ਉਸ ਦੇ ਅੰਦਰ ਵਿਆਕਰਨਿਕ ਅਧਿਐਨ, ਸੁੰਦਰ ਲਿਖਾਈ ਦੇ ਗੁਣ, ਭਾਸ਼ਾ ਦੇ ਸਾਹਿਤਕ ਰੂਪਾਂ ਦੀ ਜਾਣਕਾਰੀ, ਅਲੰਕਾਰਿਕ ਤੇ ਭਾਸ਼ਾ ਦੇ ਕਲਾ ਰੂਪ ਦੇ ਬਾਰੇ ਉਸ ਨੂੰ ਜਾਣਕਾਰੀ ਹੋ ਜਾਏ। ਇਸ ਲਈ ਉਸ ਨੂੰ ਯਤਨ ਕਰਵਾਉਣੇ ਚਾਹੀਦੇ ਨੇ, ਯਾਨੀ ਯਤਨ ਦੇ ਸਿਧਾਂਤ ਨੂੰ ਅਪਣਾਉਣਾ ਚਾਹੀਦਾ ਹੈ। ਇਹ ਭਾਸ਼ਾਈ ਜਾਣਕਾਰੀ ਨੂੰ ਪੂਰਨ ਕਰਨ ਦਾ ਕੰਮ ਕਰਦਾ ਹੈ। ਯਾਨੀ ਇਸ ਦਾ ਮੁੱਖ ਕਾਰਜ ਇਹ ਹੈ ਕਿ ਉਹ ਭਾਸ਼ਾਈ ਜਾਣਕਾਰੀ ਹੈ ਜਿਹੜੀ ਉਹ ਕੰਪਲੀਟ ਕਰਵਾਉਣ ਦਾ ਇਹ ਕੰਮ ਕਰਦਾ ਹੈ, ਉਹ ਹੈ ਯਤਨ ਦਾ ਸਿਧਾਂਤ। ਫਿਰ ਉਸ ਤੋਂ ਬਾਅਦ ਆਪਣੇ ਕੋਲੇ ਜਿਹੜਾ ਅਗਲਾ ਆ ਜਾਂਦਾ ਹੈ ਉਹ ਆ ਜਾਂਦਾ ਹੈ ਸਾਥੀਓ ਕਿਰਿਆਸ਼ੀਲਤਾ ਦਾ ਸਿਧਾਂਤ। ਯਾਨੀ ਕਿਰਿਆਸ਼ੀਲਤਾ ਦਾ ਸਿਧਾਂਤ ਭਾਸ਼ਾ ਲਈ ਬੱਚੇ ਜਿੰਨੇ ਜ਼ਿਆਦਾ ਕਿਰਿਆਸ਼ੀਲ ਹੋਣਗੇ, ਕਿਰਿਆਸ਼ੀਲਤਾ ਤੁਸੀਂ ਸਮਝਦੇ ਹੋਵੋਗੇ ਯਾਨੀ ਜਿੰਨਾ ਹੀ ਉਹ ਕੰਮ ਦੇ ਅੰਦਰ ਰੁੱਝੇ ਰਹਿਣਗੇ ਉਨੇ ਹੀ ਜ਼ਿਆਦਾ ਵਧੀਆ ਢੰਗ ਨਾਲ ਸਿੱਖ ਸਕਣਗੇ। ਯਾਨੀ ਜਿੰਨੇ ਜ਼ਿਆਦਾ ਉਹ ਬੱਚੇ ਰੁੱਝੇ ਰਹਿਣਗੇ ਆਪਣੇ ਕਾਰਜ ਦੇ ਅੰਦਰ ਉਨੇ ਹੀ ਜ਼ਿਆਦਾ ਉਹ ਬੱਚੇ ਆਪਣੇ ਕਾਰਜ ਨੂੰ ਵਧੇਰੇ ਸਿੱਖ ਸਕਣਗੇ। ਉਹ ਸਰੀਰਕ ਅਤੇ ਮਾਨਸਿਕ ਤੌਰ 'ਤੇ ਕਿਰਿਆਸ਼ੀਲ ਹੋਵੇ। ਕਿਰਿਆਸ਼ੀਲਤਾ ਹੀ ਬੱਚੇ ਨੂੰ ਲਗਨ ਭਰਪੂਰ ਬਣਾਉਂਦੀ ਹੈ। ਯਾਨੀ ਉਹ ਇਕੱਲਾ ਸਰੀਰਕ ਹੀ ਨਹੀਂ, ਮਾਨਸਿਕ ਤੌਰ 'ਤੇ ਯਾਨੀ ਦੋਨੋਂ ਵਜੋਂ ਉਸਦੇ ਜਿੱਥੇ ਸਰੀਰਕ ਅੰਗ ਉਸਦੇ ਕਾਰਜ ਦੇ ਅੰਦਰ ਰੁੱਝੇ ਰਹਿਣ ਉੱਥੇ ਹੀ ਉਸਦਾ ਦਿਮਾਗ ਯਾਨੀ ਬੁੱਧੀ ਹੈ, ਜਿਹੜਾ ਮਾਨਸਿਕਤਾ ਹੈ ਉਹ ਵੀ ਉਸ ਪੁਆਇੰਟ ਦੇ ਉੱਪਰ ਕੇਂਦਰਿਤ ਹੋਵੇ। ਫਿਰ ਬੱਚਾ ਹੈ ਜਿਹੜਾ ਲਗਨ ਭਰਪੂਰ ਜਿਹੜੀ ਸਿੱਖਿਆ ਹੈ ਉਹ ਗ੍ਰਹਿਣ ਕਰ ਸਕਦਾ ਹੈ। ਫਿਰ ਇਸ ਤੋਂ ਬਾਅਦ ਆਪਣੇ ਕੋਲ ਜੋ ਅਗਲਾ ਪੁਆਇੰਟ ਆ ਜਾਂਦਾ ਹੈ ਉਹ ਆ ਜਾਂਦਾ ਹੈ ਵਿਅਕਤੀਗਤ ਭਿੰਨਤਾ ਦਾ ਸਿਧਾਂਤ। ਇਸ ਨੂੰ ਆਪਾਂ ਵਿਅਕਤੀਗਤ ਭਿੰਨਤਾ ਦਾ ਸਿਧਾਂਤ ਕਹਾਂਗੇ। ਬੱਚਿਆਂ ਦੇ ਅਧਿਆਪਨ ਸਮੇਂ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਬੱਚੇ ਦਿਮਾਗੀ ਸਮਰੱਥਾ, ਸਰੀਰਕ ਹਾਲਤ, ਰੁਚੀ, ਸੁਭਾਅ ਵਜੋਂ ਇੱਕ ਦੂਜੇ ਨਾਲ ਭਿੰਨਤਾ ਰੱਖਦੇ ਨੇ। ਇਸ ਲਈ ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਅਧਿਆਪਨ ਸਮੇਂ ਬੱਚਿਆਂ ਵਿਚਲੀ ਵਿਅਕਤੀਗਤ ਭਿੰਨਤਾ ਨੂੰ ਸਾਹਮਣੇ ਰੱਖ ਕੇ ਹੀ ਅਧਿਆਪਨ ਕਰਵਾਵੇ। ਯਾਨੀ ਟੀਚਰ ਨੂੰ ਇਹ ਹਮੇਸ਼ਾ ਧਿਆਨ 'ਚ ਰੱਖਣਾ ਚਾਹੀਦਾ ਹੈ ਕਿ ਹਰ ਇੱਕ ਬੱਚੇ ਦੇ ਅੰਦਰ ਵਿਅਕਤੀਗਤ ਭਿੰਨਤਾ ਹੈ ਤੇ ਉਸ ਨੂੰ ਹੀ ਦਿਮਾਗ 'ਚ ਰੱਖ ਕੇ ਉਸ ਬੱਚੇ ਨੂੰ ਪੜ੍ਹਾਉਣਾ ਚਾਹੀਦਾ। ਇਹ ਨਹੀਂ ਕਿ ਸਾਰੇ ਬੱਚੇ ਇੱਕ ਜੈਸੇ ਨੇ, ਸਭ ਬੱਚੇ ਦੇ ਹਾਲਾਤ, ਉਹਨਾਂ ਦੀ ਸਰੀਰਕ ਹਾਲਤ, ਦਿਮਾਗ ਦੀ ਸਮਰੱਥਾ ਹੈ, ਰੁਚੀ ਹੈ, ਸੁਭਾਅ ਹੈ, ਉਹ ਵੱਖ-ਵੱਖ ਨੇ। ਇਸ ਲਈ ਟੀਚਰ ਨੂੰ ਇਹ ਗੱਲ ਧਿਆਨ 'ਚ ਰੱਖਣੀ ਚਾਹੀਦੀ ਹੈ ਕਿ ਹਰ ਇੱਕ ਬੱਚਾ ਉਸ ਦੇ ਲਈ ਵਿਲੱਖਣ ਹੈ ਤੇ ਇਸ ਵਿਲੱਖਣਤਾ ਨੂੰ ਧਿਆਨ 'ਚ ਰੱਖ ਕੇ ਉਹ ਬੱਚਿਆਂ ਨੂੰ ਅਧਿਆਪਨ ਹੈ ਜਿਹੜਾ ਉਹ ਕਰਵਾਇਆ ਜਾਵੇ। ਫਿਰ ਇਸ ਤੋਂ ਬਾਅਦ 'ਚ ਆਪਣੇ ਕੋਲ ਅਗਲਾ ਜੋ ਪੁਆਇੰਟ ਆ ਜਾਂਦਾ ਹੈ ਉਹ ਆ ਜਾਂਦਾ ਹੈ ਲਿਖਤ ਕਾਰਜ ਤੋਂ ਪਹਿਲਾਂ ਮੌਖਿਕ ਕਾਰਜ ਦਾ ਸਿਧਾਂਤ। ਯਾਨੀ ਲਿਖਤ ਕਾਰਜ ਤੋਂ ਪਹਿਲਾਂ ਕਿਹੜਾ ਆ ਜਾਏਗਾ, ਮੌਖਿਕ ਕਾਰਜ ਦਾ ਸਿਧਾਂਤ ਆ ਜਾਏਗਾ। ਬੱਚੇ ਸਭ ਤੋਂ ਪਹਿਲਾਂ ਬੋਲਣਾ ਹੀ ਸਿੱਖਦਾ ਹੈ, ਇਸ ਲਈ ਬੱਚੇ ਨੂੰ ਪਹਿਲਾਂ ਮੌਖਿਕ ਹੀ ਸਿਖਾਇਆ ਜਾਵੇ। ਮੌਖਿਕ ਯਾਨੀ ਜ਼ੁਬਾਨੀ ਹੀ, ਉਸ ਤੋਂ ਬਾਅਦ ਲਿਖਤ ਕਾਰਜ ਵੱਲ ਧਿਆਨ ਦਿੱਤਾ ਜਾਏ। ਯਾਨੀ ਲਿਖਣ ਵਾਲਾ ਕੰਮ ਹੈ ਜਿਹੜਾ ਉਸ ਦੇ ਵੱਲ ਬੱਚੇ ਨੂੰ ਬਾਅਦ ਦੇ ਅੰਦਰ ਧਿਆਨ ਦਿਵਾਉਣਾ ਚਾਹੀਦਾ ਹੈ। ਜ਼ੁਬਾਨੀ ਸਿੱਖਿਆ ਹੋਇਆ ਕੰਮ ਬੱਚੇ ਨੂੰ ਵਧੇਰੇ ਫਾਇਦਾ ਦਿੰਦਾ ਹੈ। ਯਾਨੀ ਜੇਕਰ ਉਸਨੇ ਜ਼ੁਬਾਨੀ ਸਿੱਖਿਆ ਹੈ ਤਾਂ ਉਸ ਦਾ ਲੰਬਾ ਟਾਈਮ ਉਸ ਦੇ ਨਾਲ ਰਹਿੰਦਾ ਹੈ
ਤੇ ਉਸ ਦੇ ਯਾਦ ਰਹਿਣ ਦੇ ਕਾਰਨ ਉਹ ਉਸ ਦੇ ਅੰਦਰ ਵਿਹਾਰਿਕ ਤੌਰ ਤੇ ਉਸ ਚੀਜ਼ ਨੂੰ ਸਿੱਖ ਜਾਂਦਾ ਹੈ। ਫਿਰ ਇਸ ਤੋਂ ਬਾਅਦ 'ਚ ਜਿਹੜਾ ਆਪਣੇ ਕੋਲ ਸਿਧਾਂਤ ਆ ਜਾਂਦਾ ਉਹ ਆ ਜਾਂਦਾ ਨਿਸ਼ਚਿਤ ਉਦੇਸ਼ ਅਤੇ ਪਾਠ ਸਮੱਗਰੀ ਦਾ ਸਿਧਾਂਤ। ਮਾਤ ਭਾਸ਼ਾ ਦਾ ਅਧਿਆਪਨ ਉਦੇਸ਼ ਪੂਰਕ ਹੈ। ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਬੱਚੇ ਦੇ ਗਿਆਨ ਸਮੇਂ ਭਾਸ਼ਾ ਉਦੇਸ਼ ਨੂੰ ਸਾਹਮਣੇ ਰੱਖੇ। ਭਾਸ਼ਾ ਉਦੇਸ਼ ਵਿੱਚ ਬੱਚੇ ਦੇ ਗਿਆਨ, ਰੁਚੀ, ਕੌਸ਼ਲ, ਅਭਿਰੁਚੀ ਇਹਨਾਂ ਸਾਰੀਆਂ ਗੱਲਾਂ ਦਾ ਵਿਕਾਸ ਕਰਨਾ ਹੁੰਦਾ ਹੈ। ਭਾਸ਼ਾ ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਅਧਿਆਪਨ ਸਮੇਂ ਭਾਸ਼ਾ ਦੇ ਉਦੇਸ਼ ਅਤੇ ਉਦੇਸ਼ ਦੇ ਵੱਲ ਧਿਆਨ ਦੇਵੇ, ਉਸ ਪਿੱਛੋਂ ਪਾਠ ਸਮੱਗਰੀ ਦੀ ਚੋਣ ਕਰਨ ਅਤੇ ਭਾਸ਼ਾ ਦੇ ਅਧਿਆਪਨ ਦੀਆਂ ਵਿਧੀਆਂ ਦੇ ਵੱਲ ਵੀ ਧਿਆਨ ਦੇਵੇ। ਯਾਨੀ ਸਭ ਤੋਂ ਪਹਿਲੇ ਤਾਂ ਅਧਿਆਪਕ ਨੂੰ ਚਾਹੀਦਾ ਹੈ ਕਿ ਉਸ ਦਾ ਜਿਹੜਾ ਉਦੇਸ਼ ਕੀ ਹੈ, ਅਧਿਆਪਨ ਦਾ ਜਿਹੜਾ ਉਦੇਸ਼ ਹੈ ਉਸ ਦੇ ਵੱਲ ਧਿਆਨ ਦੇਵੇ। ਫਿਰ ਉਸ ਟੀਚਰ ਨੂੰ ਚਾਹੀਦਾ ਹੈ ਕਿ ਬੱਚੇ ਦੇ ਅਨੁਸਾਰ ਕਿ ਉਸ ਉਦੇਸ਼ ਦੀ ਪੂਰਤੀ ਤੋਂ ਬਾਅਦ ਪਾਠ ਸਮੱਗਰੀ ਹੈ ਜਿਹੜੀ ਉਸ ਦੀ ਚੋਣ ਕਰੇ। ਇਸ ਦੇ ਨਾਲ ਨਾਲ ਟੀਚਰ ਨੂੰ ਇਹ ਗੱਲ ਵੀ ਧਿਆਨ ਰੱਖਣੀ ਚਾਹੀਦੀ ਹੈ ਕਿ ਜਿਹੜੀਆਂ ਉਚਿਤ ਵਿਧੀਆਂ ਨੇ ਜਿਹੜੀਆਂ ਉਹਨਾਂ ਦੇ ਰਾਹੀਂ ਬੱਚੇ ਨੂੰ ਪੜ੍ਹਾਇਆ ਜਾਵੇ। ਯਾਨੀ ਅਧਿਆਪਨ ਦੀਆਂ ਜਿਹੜੀਆਂ ਵਿਧੀਆਂ ਹੈ ਉਸ ਦੇ ਵੱਲ ਵੀ ਟੀਚਰ ਦਾ ਧਿਆਨ ਹੋਣਾ ਚਾਹੀਦਾ ਹੈ। ਫਿਰ ਹੀ ਬੱਚੇ ਵਧੇਰੇ ਉਚਿਤ ਢੰਗ ਦੇ ਨਾਲ ਸਿੱਖ ਸਕਦੇ ਨੇ। ਇਸ ਤੋਂ ਬਾਅਦ ਆ ਜਾਂਦਾ ਸਾਥੀਓ ਆਪਣੇ ਕੋਲ ਜਿਹੜਾ ਉਹ ਆ ਜਾਂਦਾ ਪ੍ਰਗਟਾਓ ਵਿੱਚ ਪਰਪੱਕਤਾ ਦਾ ਸਿਧਾਂਤ। ਕਈ ਹਾਲਤਾਂ ਵਿੱਚ ਬੱਚੇ ਪਹਿਲਾਂ ਹੀ ਗਲਤ ਪ੍ਰਗਟਾਓ ਵਿੱਚ ਪਰਪੱਕਤਾ ਹਾਸਲ ਕਰ ਲੈਂਦੇ ਨੇ। ਯਾਨੀ ਉਹਨਾਂ ਦੇ ਅੰਦਰ ਇੱਕ ਆਦਤ, ਇੱਕ ਹੈਬਿਟ ਹੋ ਜਾਂਦੀ ਹੈ ਕਿ ਉਹਨਾਂ ਨੇ ਪਹਿਲੇ ਜੋ ਗਲਤ ਸਿੱਖ ਲਿਆ ਹੈ ਤਾਂ ਉਹ ਉਹਨਾਂ ਦੇ ਦਿਮਾਗ ਤੋਂ ਉਤਰਦਾ ਨਹੀਂ ਹੈ। ਉਹਨਾਂ ਨੂੰ ਇੰਝ ਲੱਗਦਾ ਹੈ ਕਿ ਉਹ ਸਹੀ ਨਹੀਂ, ਪਰ ਅਸਲ ਦੇ ਅੰਦਰ ਉਹ ਗਲਤ ਹੀ ਅਨੁਸਰਣ ਕਰ ਚੁੱਕੇ ਹੁੰਦੇ ਨੇ। ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਬੱਚੇ ਦੇ ਅਧਿਆਪਨ ਸਮੇਂ ਉਸ ਦੇ ਪ੍ਰਗਟਾਉਣ ਦੇ ਮਤਲਬ ਹੈ ਅੰਦਰ ਹੈ ਬੋਲਣਾ, ਲਿਖਣਾ, ਪੜ੍ਹਨਾ, ਇਹ ਤਿੰਨੇ ਗੱਲਾਂ ਆ ਜਾਂਦੀਆਂ ਨੇ। ਇਹਨਾਂ ਦੀ ਪਰਪੱਕਤਾ ਵੱਲ ਧਿਆਨ ਦੇ ਕੇ ਹੀ ਅਧਿਆਪਨ ਕਰਵਾਵੇ। ਯਾਨੀ ਇਹਨੂੰ ਆਪਾਂ ਇੰਝ ਕਹਿ ਸਕਦੇ ਹਾਂ ਕਿ ਜਿੱਥੇ ਟੀਚਰ ਨੂੰ ਲੱਗੇ ਕਿ ਬੱਚੇ ਨੇ ਇਹ ਉਚਾਰਨ ਗਲਤ ਕੀਤਾ ਹੈ ਤਾਂ ਉਸ ਨੂੰ ਸਮਝਾਇਆ ਜਾਵੇ, ਉਸੇ ਵੇਲੇ ਦੱਸਿਆ ਜਾਵੇ, ਨਾ ਕਿ ਬਾਅਦ ਦੇ ਅੰਦਰ। ਇਹੀ ਗੱਲ ਉਸ ਦੇ ਲਿਖਤ ਤੇ ਪੜ੍ਹਨ ਦੇ ਅੰਦਰ ਵੀ ਲਾਗੂ ਹੁੰਦੀ ਹੈ। ਇਸ ਸਿਧਾਂਤ ਦੀ ਮਦਦ ਨਾਲ ਅਧਿਆਪਕ ਯਤਨ ਕਰਕੇ ਬੱਚੇ ਅੰਦਰ ਆਈਆਂ ਅਸ਼ੁੱਧੀਆਂ ਦੀ ਪਰਪੱਕਤਾ ਨੂੰ ਦੂਰ ਕਰ ਸਕਦਾ ਹੈ। ਯਾਨੀ ਉਸ ਦਾ ਜਿਹੜਾ ਉਹ ਭਰਮ ਹੈ ਕਿ ਉਹ ਬੱਚਾ ਸਹੀ ਬੋਲ ਰਿਹਾ ਹੈ ਉਸ ਨੂੰ ਸੁਧਾਰ ਕਰਵਾਏ ਤੇ ਬੱਚਾ ਫਿਰ ਠੀਕ ਜਿਹੜੀ ਗਿਆਨ ਹੈ ਉਹ ਹਾਸਲ ਕਰ ਲਏਗਾ। ਫਿਰ ਇਸ ਤੋਂ ਬਾਅਦ ਜਿਹੜਾ ਅਗਲਾ ਆਪਣੇ ਕੋਲ ਪੁਆਇੰਟ ਆ ਜਾਂਦਾ ਉਹ ਆ ਜਾਂਦਾ ਹੈ ਅਭਿਪ੍ਰੇਰਣਾ ਦਾ ਸਿਧਾਂਤ। ਇਸ ਤੋਂ ਸੰਬੰਧਿਤ ਬਹੁਤ ਵਾਰ ਪ੍ਰਸ਼ਨ ਪੁੱਛੇ ਜਾਂਦੇ ਰਹੇ ਨੇ। ਅਭਿਪ੍ਰੇਰਣਾ ਦਾ ਸਿਧਾਂਤ। ਅਭਿਪ੍ਰੇਰਣਾ ਦਾ ਸਿਧਾਂਤ ਬੱਚੇ ਨੂੰ ਸਿੱਖਣ ਲਈ ਤਿਆਰ ਕਰ ਲੈਂਦਾ ਹੈ। ਯਾਨੀ ਬੱਚਾ ਇੱਕਦਮ ਰੈਡੀ ਹੋ ਜਾਂਦਾ ਹੈ ਕਿ ਉਸਨੇ ਸਿੱਖਣਾ ਹੈ। ਬੱਚਾ ਜਦੋਂ ਸਿੱਖਦੇ ਸਮੇਂ ਪ੍ਰੇਰਿਤ ਹੁੰਦਾ ਹੈ ਤਾਂ ਉਹ ਆਪਣੇ ਆਪ ਹੀ ਕਿਰਿਆਸ਼ੀਲ ਬਣ ਜਾਂਦਾ ਹੈ। ਯਾਨੀ ਜਦੋਂ ਬੱਚਾ ਜੀ ਪ੍ਰੇਰਨਾ ਨਾਲ ਸਿੱਖੇਗਾ ਤਾਂ ਉਹ ਉਸ ਦੀ ਦਿਮਾਗ ਅਤੇ ਜਿਹੜੇ ਅੰਗ ਨੇ ਸਰੀਰਕ ਉਸ ਕੰਮ ਦੇ ਅੰਦਰ ਰੁੱਝ ਜਾਣਗੇ। ਭਾਸ਼ਾ ਦੇ ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਵੱਖ-ਵੱਖ ਢੰਗ ਵਰਤੇ। ਇਸ ਤਰ੍ਹਾਂ ਕਰਨ ਨਾਲ ਬੱਚਾ ਆਪਣੇ ਆਪ ਪ੍ਰੇਰਿਤ ਹੋਏਗਾ ਅਤੇ ਉਸ ਅੰਦਰ ਸਿੱਖਣ ਦੀ ਸਮਰੱਥਾ ਹੈ ਜਿਹੜੀ ਉਹ ਵੱਧ ਜਾਏਗੀ। ਯਾਨੀ ਟੀਚਰ ਨੂੰ ਵੱਖ-ਵੱਖ ਢੰਗ ਅਪਣਾ ਕੇ ਉਸ ਬੱਚੇ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ। ਭਾਸ਼ਾ ਦੇ ਔਖੇ ਪੜਾਅ ਇਸ ਸਿਧਾਂਤ ਰਾਹੀਂ ਹੀ ਸਿੱਖੇ ਜਾ ਸਕਦੇ ਨੇ। ਜਿਹੜੇ ਔਖੇ ਤੋਂ ਔਖੀਆਂ ਜਿਹੜੀਆਂ ਗੱਲਾਂ ਨੇ ਭਾਸ਼ਾ ਦੀਆਂ ਉਹ ਇਸ ਮਾਧਿਅਮ ਨਾਲ ਸਿੱਖੀਆਂ ਜਾ ਸਕਦੀਆਂ ਨੇ। ਫਿਰ ਆਪਣੇ ਕੋਲ ਅਗਲਾ ਜਿਹੜਾ ਪੁਆਇੰਟ ਆ ਜਾਂਦਾ ਸਾਥੀਓ ਉਹ ਆ ਜਾਂਦਾ ਹੈ ਅਭਿਆਸ ਦਾ ਸਿਧਾਂਤ। ਅਭਿਆਸ ਦਾ ਸਿਧਾਂਤ ਦੇ ਬਾਰੇ ਵੀ ਪ੍ਰਸ਼ਨ ਕਈ ਵਾਰ ਪੁੱਛੇ ਗਏ ਨੇ। ਅਭਿਆਸ ਦਾ ਸਿਧਾਂਤ ਭਾਸ਼ਾ ਦੀ ਸਿਖਾਈ ਲਈ ਬਹੁਤ ਹੀ ਕਾਰਗਰ ਹੈ। ਅਭਿਆਸ ਤਾਂ ਆਪ ਸਮਝਦੇ ਹੋਵੋਗੇ ਯਾਨੀ ਪ੍ਰੈਕਟਿਸ। ਭਾਸ਼ਾ ਇੱਕ ਕੌਸ਼ਲ ਵਜੋਂ ਹੈ, ਇਸ ਲਈ ਇਸ ਦਾ ਵਿਕਾਸ ਅਭਿਆਸ ਉੱਤੇ ਨਿਰਭਰ ਕਰਦਾ ਹੈ। ਜੇਕਰ ਸਿੱਖਿਆਰਥੀ ਅਭਿਆਸ ਨਹੀਂ ਕਰੇਗਾ ਤਾਂ ਉਹ ਸਿੱਖੇ ਹੋਏ ਕੰਮ ਨੂੰ ਵੀ ਭੁੱਲ ਜਾਏਗਾ। ਯਾਨੀ ਜੇਕਰ ਪ੍ਰੈਕਟਿਸ ਕਰਨਾ ਛੱਡ ਦੇਵੇ ਬੱਚਾ ਤਾਂ ਫਿਰ ਉਸਨੇ ਜੋ ਸਿੱਖਿਆ ਹੈ ਉਹ ਵੀ ਉਸਦਾ ਬੇਕਾਰ ਦੇ ਅੰਦਰ ਚਲਿਆ ਜਾਂਦਾ ਹੈ। ਇਸ ਲਈ ਬੱਚੇ ਨੂੰ ਚਾਹੀਦਾ ਹੈ ਕਿ ਪ੍ਰੈਕਟਿਸ ਕਰਨੀ ਚਾਹੀਦੀ ਹੈ, ਅਭਿਆਸ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਆਪਣੇ ਕੋਲ ਜਿਹੜਾ ਪੁਆਇੰਟ ਆ ਜਾਂਦਾ ਉਹ ਆ ਜਾਂਦਾ ਮੁਕਾਬਲੇ ਦੀ ਭਾਵਨਾ ਦਾ ਸਿਧਾਂਤ। ਯਾਨੀ ਬੱਚੇ ਦੇ ਅੰਦਰ ਇਸ ਪ੍ਰਕਾਰ ਦੀ ਭਾਵਨਾ ਪੈਦਾ ਕੀਤੀ ਜਾਏ ਕਿ ਉਸਨੇ ਹਰ ਵੇਲੇ ਮੁਕਾਬਲੇ ਦੇ ਅੰਦਰ ਰਹਿ ਕੇ ਆਪਣੇ ਆਪ ਨੂੰ ਅੱਗੇ ਵਧਾਉਣਾ ਹੈ। ਮੁਕਾਬਲਾ ਬੱਚੇ ਵਿੱਚ ਵੱਧ ਕੇ ਸਿੱਖਣ ਦੀ ਰੁਚੀ ਪੈਦਾ ਕਰਦਾ ਹੈ।
ਇਹ ਸਿੱਖਿਆਰਥੀ ਨੂੰ ਸੁਚੇਤ ਹੀ ਨਹੀਂ ਸਗੋਂ ਸਿੱਖਿਆਰਥੀ ਨੂੰ ਅਭਿਪ੍ਰੇਰਿਤ ਵੀ ਕਰਦਾ ਹੈ। ਜਿੱਥੇ ਜਗਾਉਂਦਾ ਹੈ ਉੱਥੇ ਪ੍ਰੇਰਣਾ ਵੀ ਦਿੰਦਾ ਹੈ। ਅਧਿਆਪਕ ਨੂੰ ਇਸ ਸਿਧਾਂਤ ਅਨੁਸਾਰ ਚਾਹੀਦਾ ਹੈ ਕਿ ਉਹ ਭਾਸ਼ਾ ਦੇ ਮੁਕਾਬਲੇ ਕਰਵਾਏ, ਬੱਚਿਆਂ ਵਿੱਚ ਮੁਕਾਬਲਿਆਂ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰੇ। ਅਧਿਆਪਕ ਇਸ ਲਈ ਸੁੰਦਰ ਲਿਖਤ, ਡਿਕਟੇਸ਼ਨ, ਅਭਿਆਸ ਇਹਨਾਂ ਉੱਤੇ ਆਧਾਰਿਤ ਮੁਕਾਬਲੇ ਕਰਾਉਣ ਦਾ ਯਤਨ ਕਰੇ। ਯਾਨੀ ਅਧਿਆਪਕ ਨੂੰ ਚਾਹੀਦਾ ਹੈ ਕਿ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਉਲੀਕ ਕੇ ਬੱਚਿਆਂ ਦੇ ਅੰਦਰ ਇੱਕ ਪ੍ਰਤੀਸਪਰਧਾ ਦੀ ਭਾਵਨਾ ਪੈਦਾ ਕਰੇ ਅਤੇ ਇਸ ਨਾਲ ਬੱਚੇ ਵਧੇਰੇ ਅਤੇ ਸਟੀਕ ਸਿੱਖਣ ਦੇ ਲਈ ਹੋਰ ਯਤਨਸ਼ੀਲ ਹੋ ਜਾਂਦੇ ਨੇ। ਫਿਰ ਅਗਲਾ ਪੁਆਇੰਟ ਆ ਜਾਂਦਾ ਲਿਖਤ ਅਤੇ ਬੋਲਣ ਦੀ ਸੁਮੇਲਤਾ ਦਾ ਸਿਧਾਂਤ। ਲਿਖਣ ਅਤੇ ਬੋਲਣ ਦੀ ਸੁਮੇਲਤਾ ਹੈ। ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਲਿਖਤ ਅਤੇ ਬੋਲਣ ਨੂੰ ਵੱਖੋ ਵੱਖ ਨਾ ਸਮਝ ਕੇ ਇੱਕੋ ਸ਼੍ਰੇਣੀ ਵਿੱਚ ਹੀ ਸਮਝਾਏ। ਲਿਖਤ ਤੇ ਬੋਲ ਇੱਕੋ ਜਿਹੀਆਂ ਹੀ ਕਿਰਿਆਵਾਂ ਹਨ। ਇਹਨਾਂ ਨੂੰ ਵੱਖ-ਵੱਖ ਕਰਨ ਨਾਲ ਬੱਚੇ ਦੀ ਸਿੱਖਿਆ ਵਿੱਚ ਸ਼ਬਦ ਜੋੜਾਂ ਸੰਬੰਧੀ ਗਲਤੀਆਂ ਪੈਦਾ ਹੋ ਜਾਂਦੀਆਂ ਨੇ। ਯਾਨੀ ਜੇਕਰ ਬੱਚਾ ਐਸਾ ਕਰੇਗਾ ਤਾਂ ਬੱਚਿਆਂ ਨੇ ਜਿਹੜੀ ਸ਼ਬਦ ਜੋੜਾਂ ਦੀਆਂ ਜਿਹੜੀਆਂ ਗਲਤੀਆਂ ਹੈ ਉਹ ਵਧੇਰੇ ਹੋ ਜਾਣਗੀਆਂ। ਇਸ ਲਈ ਲਿਖਤ ਬੋਲ ਦੀ ਜਿਹੜੀ ਸੁਮੇਲਤਾ ਦਾ ਸਿਧਾਂਤ ਹੈ ਇਸ ਨੂੰ ਵੀ ਟੀਚਰ ਨੂੰ ਧਿਆਨ 'ਚ ਰੱਖ ਕੇ ਬੱਚੇ ਨੂੰ ਅਧਿਆਪਨ ਕਰਵਾਉਣਾ ਚਾਹੀਦਾ ਹੈ। ਫਿਰ ਇਸ ਤੋਂ ਬਾਅਦ 'ਚ ਆਪਣੇ ਕੋਲ ਜਿਹੜਾ ਅਗਲਾ ਪੁਆਇੰਟ ਆ ਜਾਂਦਾ ਉਹ ਆ ਜਾਂਦਾ ਹੈ ਜੀਵਨ ਨਾਲ ਸੰਬੰਧਤਾ ਦਾ ਸਿਧਾਂਤ। ਇਹ ਬਹੁਤ ਜ਼ਰੂਰੀ ਹੈ। ਇਕੱਲਾ ਬੱਚੇ ਨੂੰ ਕਿਤਾਬੀ ਨਾ ਰਹਿਣ ਦਿੱਤਾ ਜਾਏ, ਉਸ ਨੂੰ ਜੀਵਨ ਦੇ ਨਾਲ ਜੋੜ ਕੇ ਹੀ ਪੜ੍ਹਾਇਆ ਜਾਵੇ। ਇਹ ਗੱਲ ਸਰਬ ਪ੍ਰਮਾਣਿਤ ਹੈ ਕਿ ਬੱਚੇ ਆਪਣੇ ਜੀਵਨ ਨਾਲ ਜੁੜੀਆਂ ਗੱਲਾਂ ਜਾਂ ਕੰਮਾਂ ਵੱਲ ਵਧੇਰੇ ਸੌਖੇ ਤਰੀਕੇ ਨਾਲ ਸਿੱਖ ਜਾਂਦੇ ਨੇ। ਉਹ ਉਹਨਾਂ ਕਿਰਿਆਵਾਂ ਜਾਂ ਵਿਸ਼ਿਆਂ ਵੱਲ ਵਧੇਰੇ ਰੁਚੀ ਰੱਖਦੇ ਹਨ ਜੋ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਹੁੰਦੇ ਹਨ। ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਦੇ ਅਸਲੀ ਜੀਵਨ ਨਾਲ ਜੁੜੇ ਵਿਸ਼ਿਆਂ ਉੱਤੇ ਆਧਾਰਿਤ ਪਾਠ ਸਮੱਗਰੀ ਅਤੇ ਅਧਿਆਪਨ ਦੀਆਂ ਵਿਧੀਆਂ ਅਪਣਾਏ। ਇਸ ਤਰ੍ਹਾਂ ਕਰਨ ਨਾਲ ਸਿੱਖਣ ਵਿੱਚ ਵਧੇਰੇ ਵਿਕਾਸ ਹੋ ਜਾਏਗਾ। ਯਾਨੀ ਟੀਚਰ ਨੂੰ ਚਾਹੀਦਾ ਹੈ ਕਿ ਜੋ ਵੀ ਕਾਰਜ ਹੈ ਜਿਹੜਾ ਉਹ ਬੱਚੇ ਦੇ ਜੀਵਨ ਨਾਲ ਜੋੜ ਕੇ ਉਸ ਦੇ ਸਾਹਮਣੇ ਪੇਸ਼ ਕਰੇ, ਕਿਉਂਕਿ ਜੇਕਰ ਉਹ ਆਪਣੇ ਜੀਵਨ ਦੇ ਨਾਲ ਲਾਗੂ ਗੱਲਾਂ ਸਿੱਖਣਗੇ ਤਾਂ ਉਹ ਜ਼ਿਆਦਾ ਉਹਨਾਂ ਦੇ ਲਈ ਕਾਰਗਰ ਅਤੇ ਸਹਾਇਕ ਸਿੱਧ ਹੋਣਗੀਆਂ। ਬੱਚੇ ਉਸ ਨੂੰ ਬਹੁਤ ਸਰਲ ਤਰੀਕੇ ਨਾਲ ਸਿੱਖ ਜਾਣਗੇ। ਫਿਰ ਇਸ ਤੋਂ ਬਾਅਦ 'ਚ ਆਪਣੇ ਕੋਲ ਆ ਜਾਂਦਾ ਹੈ ਅਗਲਾ ਪੁਆਇੰਟ ਹੈ ਕਿ ਉਦੇਸ਼ ਦੀ ਚੋਣ ਅਤੇ ਵੰਡ ਦਾ ਸਿਧਾਂਤ। ਯਾਨੀ ਆਪਣੇ ਉਦੇਸ਼ ਦੀ ਚੋਣ ਕਰਨਾ ਅਤੇ ਵੰਡ ਦੇ ਸਿਧਾਂਤ ਦੇ ਬਾਰੇ ਅਧਿਆਪਨ। ਭਾਸ਼ਾ ਅਧਿਆਪਕ ਯਾਨੀ ਸਿੱਖਿਆ ਦੇ ਉਦੇਸ਼ ਨੂੰ ਅਧਿਆਪਕ ਸਾਹਮਣੇ ਰੱਖ ਕੇ ਹੀ ਪੜ੍ਹਾਈ ਕਰਵਾਵੇ। ਯਾਨੀ ਸਿੱਖਿਆ ਦਾ ਉਦੇਸ਼ ਕੀ ਹੈ, ਇਹ ਗੱਲ ਟੀਚਰ ਦੇ ਦਿਮਾਗ 'ਚ ਹਰ ਵੇਲੇ ਰਹਿਣੀ ਚਾਹੀਦੀ ਹੈ ਕਿ ਉਦੇਸ਼ ਕੀ ਹੈ, ਇਸ ਦੀ ਪੂਰਤੀ ਕਰਵਾਉਣੀ ਹੈ ਬੱਚੇ ਨੂੰ। ਅਧਿਆਪਕ ਨੂੰ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਯਾਨੀ ਟੀਚਰ ਨੂੰ ਹਰ ਵੇਲੇ ਇਹ ਗੱਲ ਧਿਆਨ 'ਚ ਰੱਖ ਕੇ ਹੀ ਅਧਿਆਪਨ ਕਰਾਉਣਾ ਚਾਹੀਦਾ ਹੈ ਕਿ ਉਦੇਸ਼ ਭਰਪੂਰ ਹੋਵੇ, ਉਦੇਸ਼ ਤੋਂ ਸੱਖਣਾ ਨਾ ਹੋਵੇ। ਕਿ ਕਿਹੜਾ ਉਦੇਸ਼ ਕਿਸ ਵੇਲੇ ਅਤੇ ਉਸ ਉਦੇਸ਼ ਦੀ ਪੂਰਤੀ ਨੂੰ ਕਦੋਂ ਪਹਿਲ ਦਿੱਤੀ ਜਾਵੇ। ਅਧਿਆਪਕ ਨੂੰ ਇਹ ਵੀ ਚਾਹੀਦਾ ਹੈ ਕਿ ਉਹ ਵਿਸ਼ੇ ਨਾਲ ਸੰਬੰਧਿਤ ਸਮੱਗਰੀ ਨੂੰ ਉਦੇਸ਼ ਅਨੁਸਾਰ ਵੰਡ ਕੇ ਸਿੱਖਿਆ ਕਰਵਾਏ। ਉਦੇਸ਼ ਦੀ ਚੋਣ ਅਤੇ ਵਿਸ਼ੇ ਦੀ ਵੰਡ ਸਿੱਖਿਆ ਲਈ ਜ਼ਰੂਰੀ ਹੋ ਜਾਂਦੀ ਹੈ। ਫਿਰ ਇਸ ਤੋਂ ਬਾਅਦ 'ਚ ਆ ਗਿਆ 16 ਨੰਬਰ ਅਨੁਪਾਤ ਅਤੇ ਕਰਮ ਦਾ ਸਿਧਾਂਤ। ਅਨੁਪਾਤ ਅਤੇ ਕਰਮ ਦਾ ਸਿਧਾਂਤ। ਵਿਦਿਆਰਥੀ ਕੋਲ 4 ਉਦੇਸ਼ ਹੁੰਦੇ ਨੇ। ਇੱਕ ਹੁੰਦਾ ਹੈ ਸੁਣਨਾ, ਬੋਲਣਾ, ਪੜ੍ਹਨਾ ਅਤੇ ਪੜ੍ਹ ਕੇ ਸਮਝਣਾ। ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਵਿਦਿਆਰਥੀਆਂ ਦੇ ਇਹਨਾਂ ਉਦੇਸ਼ਾਂ ਵਿੱਚ ਸੰਤੁਲਨ ਕਾਇਮ ਕਰੇ। ਭਾਸ਼ਾ ਦੇ ਅਧਿਆਪਕ ਨੂੰ ਇਹਨਾਂ ਵਿੱਚ ਅਨੁਪਾਤਕ ਕਰਮ ਬਣਾਉਣਾ ਜ਼ਰੂਰੀ ਹੋ ਜਾਂਦਾ ਹੈ। ਯਾਨੀ ਟੀਚਰ ਇਸ ਕਰਮ ਨੂੰ ਧਿਆਨ 'ਚ ਰੱਖ ਕੇ ਬੱਚੇ ਨੂੰ ਸਿਖਾਵੇ ਤਾਂ ਬੱਚੇ ਬਹੁਤ ਸੌਖੇ ਅਤੇ ਆਪਣੇ ਜੀਵਨ ਉਦੇਸ਼ ਦੀ ਪੂਰਤੀ ਵਾਲੀ ਸਿੱਖਿਆ ਗ੍ਰਹਿਣ ਕਰ ਸਕਦੇ ਨੇ। ਮੈਨੂੰ ਆਸ ਹੈ ਕਿ ਆਪ ਨੂੰ ਇਹਨਾਂ ਪੁਆਇੰਟਾਂ ਦੇ ਅੰਦਰੋਂ ਜੋ ਗੱਲਾਂ ਦੱਸੀਆਂ ਗਈਆਂ ਉਹ ਸਮਝ ਆਈਆਂ ਹੋਣਗੀਆਂ ਅਤੇ ਇਸ ਦੇ ਨਾਲ ਨਾਲ ਇਹਨਾਂ ਤੋਂ ਸੰਬੰਧਿਤ ਪ੍ਰਸ਼ਨ ਪੁੱਛੇ ਜਾਣੇ ਸੁਭਾਵਿਕ ਹੈ। ਬਹੁਤ ਵਾਰ ਇਹਨਾਂ ਤੋਂ ਸੰਬੰਧਿਤ ਪ੍ਰਸ਼ਨ ਪੁੱਛੇ ਜਾਂਦੇ ਨੇ। ਕਈ ਵਾਰ ਇਹ ਪੁਆਇੰਟਾਂ ਦੇ ਬਾਰੇ ਪ੍ਰਸ਼ਨ ਪੁੱਛੇ ਜਾਂਦੇ ਨੇ, ਕਈ ਵਾਰ ਇਹ ਪੁਆਇੰਟਾਂ ਦੇ ਅੰਦਰੋਂ ਉਹ ਬਣਾ ਕੇ ਇਹਨਾਂ ਦੀਆਂ ਗੱਲਾਂ ਦੇ ਬਾਰੇ ਪ੍ਰਸ਼ਨ ਪੁੱਛ ਲੈਂਦਾ ਹੈ। ਇਸ ਲਈ ਆਪ ਨੂੰ ਇਹ ਸਭ ਗੱਲਾਂ ਪਤਾ ਹੋਣੀਆਂ ਜ਼ਰੂਰੀ ਨੇ। ਮੈਨੂੰ ਆਸ ਹੈ ਕਿ ਆਪ ਨੂੰ ਇਹ ਅੱਜ ਦੀ ਕਲਾਸ ਆਪ ਦੀ ਤਿਆਰੀ ਦੇ ਅੰਦਰ ਇੱਕ ਮਦਦਗਾਰ ਸਿੱਧ ਹੋਏਗੀ। ਐਸੇ ਆਸ ਦੇ ਨਾਲ ਅਗਲੀ ਕਲਾਸ ਦੇ ਅੰਦਰ ਮੈਂ ਸਿੱਖਿਆ ਦੇ ਸੂਤਰ ਲੈ ਕੇ ਹਾਜ਼ਰ ਹੋਵਾਂਗਾ। ਉਦੋਂ ਤੱਕ ਦੇ ਲਈ ਧੰਨਵਾਦ ਸਾਥੀਓ।